ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ 6 ਕਰੋੜ ਦੇ ਨਸ਼ੀਲੇ ਪਦਾਰਥਾਂ ਸਹਿਤ 5 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ, ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਇੰਜੈਕਸ਼ਨ ਅਤੇ ਨਸ਼ਾ ਬਣਾਉਣ ਵਾਲਾ ਸਿਰਪ ਵੀ ਵੱਡੀ ਤਾਦਾਦ ਵਿੱਚ ਸ਼ਾਮਿਲ ਹੈ। ਵਧੇਰੇ ਜਾਣਕਾਰੀ ਲਈ ਆਓ ਰੁਖ ਕਰਦੇ ਹਾਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ। ਪਿੱਛੇ 4 ਕਰੋੜ ਦੀਆਂ ਨਸ਼ੀਲੀ ਦਵਾਈਆਂ ਫੜੀਆਂ ਸੀਗੀਆਂ ਔਰ ਉਸ ਕੇਸ 'ਚ 5 ਮੁਲਜ਼ਮ ਗ੍ਰਿਫਤਾਰ ਕੀਤੇ ਸੀ। ਉਹਨਾਂ ਮੁਲਜ਼ਮਾਂ ਤੋਂ ਹੀ ਅਸੀਂ ਔਰ ਡੂੰਘਾਈ ਨਾਲ ਪੜਤਾਲ ਕੀਤੀ ਐਂਡ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਫਿਰ ਮੰਨਿਆ ਕਿ ਅਸੀਂ ਜਿਹੜੀ ਨਸ਼ੇ ਦੀ ਖੇਪ ਹੈ ਕਿਸੇ ਹੋਰ ਜਗ੍ਹਾ ਵੀ ਲੁਕਾ ਕੇ ਰੱਖੀ ਹੋਈ ਹੈ, ਜਿਸ ਬੇਸਿਸ ਤੇ ਪੁਲਿਸ ਨੇ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ। ਉਹ ਜਗ੍ਹਾ ਕਿਉਂਕਿ ਜੈਪੁਰ ਦੇ ਵਿੱਚ ਸੀਗੀ, ਇਸ ਕਰਕੇ ਅਸੀਂ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ ਐਂਡ ਉਸ ਤੋਂ ਬਾਅਦ ਅਸੀਂ ਪੰਜਾਬ ਗਵਰਨਮੈਂਟ ਦੇ ਡਰੱਗਸ ਡਿਪਾਰਟਮੈਂਟ ਦੇ 2 ਡਰੱਗ ਇੰਸਪੈਕਟਰ ਸਾਹਿਬਾਨ ਨੂੰ ਵੀ ਆਪਣੀ ਟੀਮ ਦੇ ਨਾਲ ਅਟੈਚ ਕਰਵਾਇਆ ਤੇ ਇਹਨਾਂ ਦੀ ਪੁਲਿਸ ਦੀ ਔਰ ਡਰੱਗਸ ਡਿਪਾਰਟਮੈਂਟ ਦੀ ਜੁਆਇੰਟ ਟੀਮ ਨੇ ਜੈਪੁਰ ਜਾ ਕੇ ਉਸ ਜਗ੍ਹਾ ਦੀ ਫਿਰ ਸਰਚ ਕੀਤੀ। ਉਸ ਸਰਚ ਦੇ ਵਿੱਚੋਂ ਸਾਨੂੰ 6 ਕਰੋੜ ਰੁਪਏ ਦੀਆਂ ਨਸ਼ੀਲੀ ਦਵਾਈਆਂ ਬਰਾਮਦ ਹੋਈਆਂ, ਜਿਹਦੇ ਵਿੱਚ 10 ਲੱਖ ਦੇ ਕਰੀਬ ਗੋਲੀਆਂ ਐਲਪਰਾਜੋਲਨ ਦੀ ਸੀਗੀਆਂ ਤੇ 76920 ਸ਼ੀਸ਼ੀਆਂ ਕੋਡੀਨ ਸੀਰਪ ਦੀ ਸੀਗੀਆਂ ਤੇ 14400 ਟੀਕੇ ਜਿਹੜੇ ਇੰਜੈਕਸ਼ਨ ਹੈ ਉਹ ਟ੍ਰੈਮਾਡੋਲ ਦੇ ਸੀਗੇ। ਇਹ ਸਾਰੀਆਂ ਹੀ ਦਵਾਈਆਂ ਔਰ ਇਹ ਸੀਰਪ ਵਗੈਰਾ ਇਹ ਨਸ਼ੇ ਦੇ ਕੰਮ ਆਉਂਦੇ ਹੈ, ਜਿਨ੍ਹਾਂ ਦੀ ਕੀਮਤ ਤਕਰੀਬਨ 6 ਕਰੋੜ ਬਣਦੀ ਹੈ ਤੇ ਟੋਟਲ ਇਸ ਕੇਸ ਦੇ ਵਿੱਚ ਹੁਣ ਤੱਕ ਅਸੀਂ 10 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਜਿਹੜੀ ਹੈ ਦਵਾਈਆਂ ਔਰ ਇੰਜੈਕਸ਼ਨਸ ਵਗੈਰਾ ਬਰਾਮਦ ਕਰ ਚੁੱਕੇ ਹਾਂ। ਜਦੋਂ ਅਸੀਂ ਰੇਡ ਕੀਤੀ ਸੀ ਉਸ ਜਗ੍ਹਾ ਤੇ ਸਾਨੂੰ ਤਕਰੀਬਨ 34-35 ਲੱਖ ਦੇ ਇਸ ਤਰੀਕੇ ਦੀਆਂ ਦਵਾਈਆਂ ਵੀ ਮਿਲੀਆਂ, ਜੋ ਕਿ ਡਰੱਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਆਉਂਦੀ ਸੀਗੀਆਂ, ਜੋ ਨਸ਼ੇ ਦੇ ਨਹੀਂ ਡਾਇਰੈਕਟਲੀ ਆਉਂਦੀ ਸੀਗੀਆਂ। ਉਹਦੀ ਵਾਇਲੇਸ਼ਨ ਸੀਗੀ ਕਿਉਂਕਿ ਬਿਨਾਂ ਲਾਇਸੈਂਸ ਦੇ ਰੱਖੀਆਂ ਹੋਈਆਂ ਸੀਗੀਆਂ। ਇਸ ਕਰਕੇ ਅਸੀਂ ਰਾਜਸਥਾਨ ਦੇ ਡਰੱਗਸ ਡਿਪਾਰਟਮੈਂਟ ਨੂੰ ਬੁਲਾ ਕੇ ਉਹ ਦਵਾਈਆਂ ਲੋੜੀਂਦੀ ਕਾਰਵਾਈ ਲਈ ਉਹਨਾਂ ਨੂੰ ਹੈਂਡਓਵਰ ਕਰ ਦਿੱਤੀਆਂ, ਜੋ ਕਿ ਉਹ ਆਪਣੀ ਬਣਦੀ ਕਾਰਵਾਈ ਕਰ ਰਹੇ ਹਨ। ਤੇ ਬਾਕੀ ਇਸ ਗੈਂਗ ਦੇ ਅਸੀਂ ਪੂਰੇ ਤਹਿ ਤੱਕ ਪਹੁੰਚ ਚੁੱਕੇ ਹਨ ਤੇ ਬਾਕੀ ਵੀ ਇਹਨਾਂ ਦੇ ਜਿਹੜੇ ਬੈਂਕ ਵਗੈਰਾ ਦੇ ਔਰ ਸਾਰਾ ਸਿਸਟਮ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨੇ ਪੈਸੇ ਇਹਨਾਂ ਨੇ ਬਣਾਏ ਹੈ ਤੇ ਉਹਨਾਂ ਦੀ ਅਗਲੀ ਜਿਹੜੀ ਕਾਰਵਾਈ ਹੈ ਪ੍ਰਾਪਰਟੀ ਸੀਜ਼ਰ ਵਗੈਰਾ ਦੀ ਉਹ ਅਸੀਂ ਕਰ ਰਹੇ ਹਾਂ। ਸਰ ਪ੍ਰੇਮ ਰਤਨ ਦਾ ਕੀ ਰੋਲ ਹੈ ਵਿੱਚ ਦਾ, ਜਿਹਦਾ ਉਹ ਕਿੱਥੋਂ ਬਿੱਲ ਲੈ ਕੇ ਕਿੱਦਾਂ ਬਣਾਉਂਦਾ ਸੀ, ਕਿੱਦਾਂ ਬਿੱਲ ਜਿਹੜਾ ਹੈਗਾ ਅੱਗੇ ਪੰਜਾਬ ਦੇ ਵਿੱਚ ਲੈ ਪਾਸ ਕਰਦਾ? ਪ੍ਰੇਮ ਰਤਨ ਜਿਹੜਾ ਹੈ ਇਹਦੀ ਪਹਿਲਾਂ ਇੱਕ ਕੰਪਨੀ ਸੀਗੀ ਜੋ ਕਿ ਇਹ ਜਿਹੜੇ ਮੈਨੂਫੈਕਚਰਰ ਹਨ ਦਵਾਈਆਂ ਦੇ, ਉਹਨਾਂ ਤੋਂ ਇਹ ਦਵਾਈਆਂ ਲੈਂਦੇ ਸੀ ਤੇ ਇਹਦੇ ਕੋਲ ਲਾਇਸੈਂਸ ਇਹਨੇ ਆਪਣਾ ਪਹਿਲਾਂ ਜਦੋਂ ਇਹ ਦਵਾਈਆਂ ਦੀ ਪੰਜਾਬ ਦੇ ਵਿੱਚ ਧਰਪਕੜ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨੇ ਆਪਣਾ ਲਾਇਸੈਂਸ ਇਹਦਾ ਖਤਮ ਹੋ ਗਿਆ ਸੀ, ਇਹਨੇ ਰੀਨਿਊ ਨਹੀਂ ਕਰਵਾਇਆ ਸੀ ਤੇ ਕਿਉਂਕਿ ਲਾਇਸੈਂਸ ਦੇ ਵਿੱਚ ਪੈਸੇ ਲੱਗਦੇ ਸੀ। ਫਿਰ ਇਹ ਸਾਰਾ ਕੰਮ ਕਿਉਂਕਿ ਇਹਨਾਂ ਨੰਬਰ 2 ਦੇ ਵਿੱਚ ਹੀ ਕਰਨਾ ਹੁੰਦਾ ਸੀ। ਜਦੋਂ ਆਪਾਂ ਲਾਇਸੈਂਸ ਵਾਲਾ ਕੰਮ ਕਰਦੇ ਤੇ ਇੱਕ ਦੁਕਾਨ ਨੂੰ ਅਸੀਂ ਤਾਂ 100 ਗੋਲੀਆਂ 50 ਗੋਲੀਆਂ 20 ਗੋਲੀਆਂ ਹੀ ਦੇ ਸਕਦੇ ਹਾਂ ਤੇ ਜੇ ਵੱਡੀ ਮਾਤਰਾ ਦੇ ਵਿੱਚ ਇਹਨੇ ਕਰਨਾ ਸੀ, ਇਸ ਕਰਕੇ ਬਿਨਾਂ ਲਾਇਸੈਂਸ ਤੋਂ ਹੀ ਇਹ ਦਵਾਈਆਂ ਮੰਗਵਾ ਰਿਹਾ ਸੀ, ਜਾਲੀ ਉਹਨਾਂ ਨੂੰ ਸ਼ੋਅ ਕਰਕੇ ਆਪਣਾ ਲਾਇਸੈਂਸ ਕੰਪਨੀਆਂ ਨੂੰ ਐਂਡ ਉਸ ਬੇਸ ਤੇ ਹੀ ਅੱਗੇ ਵੇਚ ਰਿਹਾ ਸੀ। ਅਸੀਂ ਸਾਰੀ ਕੁਝ ਡਰੱਗ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੜਤਾਲ ਕਰ ਰਹੇ ਹਨ ਕਿ ਕਿਹੜੀ ਕੰਪਨੀਆਂ ਤੋਂ ਇਹਨਾਂ ਨੇ ਡਰੱਗਸ ਖਰੀਦੀਆਂ ਹਨ ਤੇ ਕੀ ਉਹਨਾਂ ਨੇ ਪ੍ਰੋਪਰ ਪ੍ਰੀਕਾਸ਼ਨਸ ਰੱਖੀਆਂ ਕਿ ਨਹੀਂ ਰੱਖੀਆਂ। ਸਰ ਰਾਜਸਥਾਨ ਤੋਂ ਇਲਾਵਾ ਹੋਰ ਵੀ ਕਿਤੇ ਇਹਨਾਂ ਦਾ ਕੁਝ ਇੱਦਾਂ ਦਾ ਕਨੈਕਸ਼ਨ ਹੈਗਾ? ਦੇਖੋ ਇਹਨਾਂ ਨੇ ਆਪਣਾ ਜੋ ਦਵਾਈਆਂ ਲਈਆਂ ਹੈਗੀਆਂ ਉਹ ਸੋਨੀਪਤ ਤੋਂ ਲਈਆਂ, ਦਿੱਲੀ ਤੋਂ ਵੀ ਲਈਆਂ ਐਂਡ ਰਾਜਸਥਾਨ ਇਹਨਾਂ ਨੇ ਜੈਪੁਰ ਦੇ ਵਿੱਚ ਆਪਣੇ ਗੋਡਾਊਨ ਬਣਾ ਕੇ ਉੱਥੇ ਰੱਖੀਆਂ ਹੋਈਆਂ ਹੁੰਦੀ ਸੀਗੀਆਂ। ਰਾਜਸਥਾਨ ਦੇ ਵਿੱਚ ਵੀ ਸਪਲਾਈ ਕਰਦੇ ਸੀ ਲੇਕਿਨ ਮੇਜਰ ਇਹਨਾਂ ਦਾ ਕੰਮ ਪੰਜਾਬ ਦੇ ਵਿੱਚ ਸੀ। ਸਰ ਪਾਕਿਸਤਾਨ ਨਾਲ ਕੰਮ ਚੱਲਦਾ ਸੀਗਾ ਤੇ ਉੱਥੇ ਇਹਨਾਂ ਦਾ ਕਿਸੇ ਸੀਗਾ ਕੋਈ ਕਨੈਕਸ਼ਨ ਨਹੀਂ ਸੀਗਾ ਕੋਈ ਬੜੇ ਸਤਰ ਨਾਲ? ਇਹ ਹਲੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ ਕੋਈ ਇਹਨਾਂ ਨੂੰ ਕੋਈ ਸ਼ਾਇਦ ਸੀਗੀ ਜਾਂ ਨਹੀਂ, ਲੇਕਿਨ ਹਲੇ ਤੱਕ ਇਸ ਤਰੀਕੇ ਦਾ ਕੋਈ ਸਾਹਮਣੇ ਨਹੀਂ ਆਇਆ। सर जो कंपनी से ये माल खरीदती थी तो कंपनी कैसे इनको बेची थी बिना लाइसेंस? ਉਹ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਪਹਿਲਾਂ ਲਾਇਸੈਂਸ ਇਹਨਾਂ ਕੋਲ ਕਦੀ ਪੁਰਾਣਾ ਸੀਗਾ, ਉਹ ਲਾਇਸੈਂਸ ਕੰਪਨੀ ਨੇ ਪ੍ਰੋਪਰਲੀ ਚੈੱਕ ਕੀਤਾ ਕਿ ਨਹੀਂ ਕੀਤਾ, ਉਹਨਾਂ ਦੀ ਕੀ ਉਸ ਤਰੀਕੇ ਦਾ ਹੋ ਸਕਦਾ। ਇਸ ਕਰਕੇ ਅਸੀਂ ਡਰੱਗ ਡਿਪਾਰਟਮੈਂਟ ਨੂੰ ਆਪਣੇ ਨਾਲ ਐਸੋਸੀਏਟ ਕਰਵਾਇਆ ਹੈ ਇਨਵੈਸਟੀਗੇਸ਼ਨ ਦੇ ਵਿੱਚ, ਕਿਉਂਕਿ ਕਈ ਤਕਨੀਕੀ ਪਹਿਲੂ ਹੁੰਦੇ ਆ ਇਸ ਕੇਸ ਦੇ, ਤਾਂ ਕਿ ਉਹਨਾਂ ਦੀ ਬਾਰੀਕੀ ਨਾਲ ਜਾਂਚ ਹੋ ਸਕੇ। 4 ਕਰੋੜ ਦੀ ਪਹਿਲੇ ਤੁਸੀਂ ਰਿਕਵਰੀ ਕੀਤੀ ਹੈ, ਹੁਣ ਤੁਸੀਂ 6 ਕਰੋੜ ਦੀ ਰਿਕਵਰੀ ਕਰਨੀ ਹੈ। ਵਰਿੰਦਰ ਸਿੰਘ ਉਹ ਫਰਿੰਕੂ ਜਿਹੜਾ ਹੈਗਾ ਤੇ ਇਹ ਤੁਹਾਨੂੰ ਮਤਲਬ ਇਹਦਾ ਵਿੱਚ ਪੈਚਅਪ ਕਿੱਦਾਂ ਹੋਇਆ ਪ੍ਰੇਮ ਰਤਨ ਦੇ ਨਾਲ? ਪ੍ਰੇਮ ਰਤਨ ਦੇ ਪੰਜਾਬ ਸ਼ਹਿਰ ਦੇ ਵਿੱਚ ਕਿੱਥੇ ਸਾਰਾ ਸਮਾਨ ਜਿਹੜਾ ਹਾਂਜੀ, ਇਹ ਪਹਿਲਾਂ ਅਸੀਂ 5 ਮੁਲਜ਼ਮ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਚੁੱਕੇ ਹਨ। ਜਿਹੜਾ ਇਹ ਨਵੀਂ ਹੁਣ ਅਸੀਂ ਛਾਪੇਮਾਰੀ ਕੀਤੀ ਸੀਗੀ ਉਹਦੇ ਵਿੱਚ ਇਹ ਜੋ ਗੋਡਾਊਨ ਸੀਗਾ ਉਹ ਇਸ ਬੰਦੇ ਦੇ ਅੰਡਰ ਇਹ ਬੰਦਾ ਉਸ ਦੀ ਗੋਡਾਊਨ ਦੀ ਦੇਖਭਾਲ ਕਰਦਾ ਸੀਗਾ, ਵਰਿੰਦਰ ਸਿੰਘ ਉਰਫ ਰਿੰਕੂ। ਇਸ ਕੇਸ ਕਰਕੇ ਇਸ ਕੇਸ ਦੇ ਵਿੱਚ ਉਸ ਨੂੰ ਵੀ ਅਸੀਂ ਨੋਮੀਨੇਟ ਕੀਤਾ ਹੈ, ਉਸ ਨੂੰ ਵੀ ਅਰੈਸਟ ਕਰਕੇ
ਫਿਰ ਅਸੀਂ ਛਾਨਬੀਨ ਕਰਾਂਗੇ। ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਮਤਲਬ ਇਹਨਾਂ ਨੇ ਸਟਾਕ ਕਰਕੇ ਰੱਖਿਆ ਹੋਇਆ ਸੀਗਾ? ਤੁਸੀਂ ਰਾਜਸਥਾਨ ਦੇ ਵਿੱਚੋਂ ਆਹ ਸਾਰੀ ਬਰਾਮਦਗੀ ਕੀਤੀ ਹੈ, ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਇਹਨਾਂ ਨੇ ਸਟਾਕ ਕਰਨਾ ਸੀਗਾ? ਦੇਖੋ, ਇਹ ਜਿਹੜੀ ਗੱਲ ਚਾਲੂ ਹੋਈ ਸੀਗੀ ਇਹ ਤਕਰੀਬਨ 1.5 ਮਹੀਨੇ ਪਹਿਲਾਂ ਚਾਲੂ ਹੋਈ ਸੀਗੀ। ਉਦੋਂ ਅਸੀਂ ਬਹੁਤ ਛੋਟੀਆਂ ਥੋੜੀ ਜਿਹੀ ਦਵਾਈਆਂ ਫੜੀਆਂ ਸੀਗੀਆਂ। ਇੱਕ ਬੰਦਾ ਦੁਕਾਨ ਤੇ ਦਵਾਈਆਂ ਦੇਣ ਲਈ ਆ ਰਿਹਾ ਸੀਗਾ, ਅਸੀਂ ਉਸ ਬੰਦੇ ਨੂੰ ਫੜਿਆ ਸੀ। ਜਦੋਂ ਉਸ ਦੀ ਅਸੀਂ 2 ਬੰਦਿਆਂ ਦੀ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਅਲਵਰ ਜਗ੍ਹਾ ਹੈ ਰਾਜਸਥਾਨ ਦੇ ਵਿੱਚ, ਉੱਥੋਂ ਲੈ ਕੇ ਆਉਂਦੇ ਹੁੰਦੇ ਆ। ਫਿਰ ਅਸੀਂ ਅਲਵਰ ਦੇ 2 ਬੰਦੇ ਫੜ ਕੇ ਲਿਆਂਦੇ। ਉਹਨਾਂ ਨੇ ਕਿਹਾ ਨਹੀਂ, ਅਸੀਂ ਤਾਂ ਜੀ ਅਸੀਂ ਜਿਹੜਾ ਹੈ ਅਸੀਂ ਸਾਮਾਨ ਜੈਪੁਰ ਤੋਂ ਲੈ ਕੇ ਆਉਂਦੇ ਹਾਂ। ਫਿਰ ਜੈਪੁਰ ਦਾ ਜਿਹੜਾ ਪ੍ਰੇਮ ਰਤਨ ਸੀਗਾ ਉਸ ਬੰਦੇ ਨੂੰ ਫੜਿਆ, ਉਹਦੀ ਫਿਰ ਪੁੱਛਗਿੱਛ ਕੀਤੀ ਤੇ ਉਹਨੇ ਕਿਹਾ ਕਿ ਮੈਂ ਆਪਣਾ ਗੋਡਾਊਨ ਬਣਾ ਕੇ ਜੈਪੁਰ ਦੇ ਵਿੱਚ ਰੱਖਿਆ ਹੋਇਆ ਹੈ। ਉਹ ਉਸ ਗੋਡਾਊਨ ਦੇ ਵਿੱਚ ਇਹ ਦਵਾਈਆਂ ਹੈਗੀਆਂ ਤੇ ਉਹ 4 ਕਰੋੜ ਦੀਆਂ ਦਵਾਈਆਂ ਉਦੋਂ ਬਰਾਮਦ ਹੋਈਆਂ ਸੀਗੀਆਂ। ਕਿਉਂਕਿ ਇੱਕ ਵਾਰ ਦੇ ਵਿੱਚ ਬੰਦਾ ਪੂਰੀ ਨਹੀਂ ਗੱਲ ਦੱਸਦਾ ਕਈ ਵਾਰੀ। ਜਦੋਂ ਇਹਦੀ ਦੁਬਾਰਾ ਫਿਰ ਪੁੱਛਗਿੱਛ ਕੀਤੀ ਤੇ ਫਿਰ ਇਹਨੇ ਕਿਹਾ ਕਿ ਮੈਂ ਇੱਕ ਹੋਰ ਗੋਡਾਊਨ ਰੱਖਿਆ ਹੋਇਆ ਹੈ ਤੇ ਉੱਥੇ ਮੇਰੀ ਇੱਕ ਹੋਰ ਖੇਪ ਰੱਖੀ ਹੋਈ ਹੈ। ਉਹ ਫਿਰ 6 ਕਰੋੜ ਦੀਆਂ ਦਵਾਈਆਂ ਉਸ ਬੇਸਿਸ ਤੇ ਬਰਾਮਦ ਹੋਈਆਂ। ਜਿਹੜਾ ਇਹ ਗੋਡਾਊਨ ਸੀ ਉਹਦੀ ਜਿਹੜੀ ਦੇਖ ਰੇਖ ਕਰਦਾ ਸੀਗਾ ਇਹ ਵਰਿੰਦਰ ਸਿੰਘ ਰਿੰਕੂ ਨਾਂ ਦਾ ਬੰਦਾ ਕਰਦਾ ਸੀ। ਉਸ ਨੂੰ ਵੀ ਅਸੀਂ ਕੇਸ ਦੇ ਵਿੱਚ ਨੋਮੀਨੇਟ ਕੀਤਾ। ਸਰ, ਜਿਹੜਾ ਕੋਸਮੈਟਿਕ ਦੇ ਪ੍ਰੋਡਕਟ ਜਿਹੜੇ ਉੱਥੇ ਮੇਰੇ ਜਿਹੜੇ ਕੋਸਮੈਟਿਕ ਅਸੀਂ ਯੂਜ਼ ਹੁੰਦੇ ਸੀ, ਤੇ ਉਹ ਰਾਜਸਥਾਨ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਡਰੱਗ ਇੰਸਪੈਕਟਰ ਵੱਲੋਂ? ਉਹਦੇ ਲਈ ਹਾਂ, ਉਹ ਡਰੱਗਸ ਦੇ ਵਿੱਚ ਵੀ ਪਾਵਰਾਂ ਹੁੰਦੀਆਂ ਕਿ ਇਹ ਆਪਣਾ ਕੇਸ ਆਪ ਹੀ ਰਜਿਸਟਰ ਕਰ ਸਕਦੇ ਹਨ। ਇੱਕ ਇਹਨਾਂ ਨੂੰ ਜੁਡੀਸ਼ੀਅਲ ਪਾਵਰਾਂ ਉਸ ਇੱਕ ਤਰੀਕੇ ਨਾਲ ਗਵਰਨਮੈਂਟ ਵੱਲੋਂ ਦਿੱਤੀਆਂ ਹੋਈਆਂ। ਤੇ ਜਿਹੜੇ ਨਸ਼ੇ ਲਈ ਯੂਜ਼ ਨਹੀਂ ਹੁੰਦੀਆਂ ਲੇਕਿਨ ਵੈਸੇ ਜਿਹੜੀ ਕਿ ਉਲੰਘਣਾ ਕਰਦੀਆਂ ਡਰੱਗਸ ਐਂਡ ਕਾਸਮੈਟਿਕ ਐਕਟ ਦੀ, ਉਹਨਾਂ ਦੇ ਖਿਲਾਫ ਇਹ ਸੂਓ ਮੋਟੋ ਆਪਣੀ ਐਕਸ਼ਨ ਲੈ ਸਕਦੇ। ਉਹਦੀ ਕੀਮਤ ਕਿੰਨੀ ਸੀ ਸਰ ਜਿਹੜਾ ਰਾਜਸਥਾਨ ਦੇ ਵਿੱਚ ਕੀਤਾ ਗਿਆ ਸੀਗਾ ਉਹ ਡਰੱਗ? ਉਹ ਵੀ ਤਾਂ ਵਿੱਚ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦੇ ਵਿੱਚ ਹੀ ਆਇਆ ਸੀ। ਉਹ ਤਕਰੀਬਨ 34,60,000 ਤਕਰੀਬਨ ਦਵਾਈਆਂ ਸੀਗੀਆਂ ਜੋ ਰਾਜਸਥਾਨ ਦੇ ਡਰੱਗ ਇੰਸਪੈਕਟਰਸ ਦੇ ਅਸੀਂ ਹੈਂਡਓਵਰ ਕਰਕੇ ਉਹਨਾਂ ਦੀ ਲੋੜੀਂਦੀ ਕਾਰਵਾਈ ਲਈ ਦੇ ਕੇ ਆਏ ਹਾਂ। ਤੇ ਲਾਇਸੈਂਸ ਕਬਜ਼ੇ 'ਚ ਲਿੱਤਾ ਗਿਆ? ਲਾਇਸੈਂਸ ਜਿਹੜਾ ਤੁਸੀਂ ਕਹਿ ਰਹੇ ਹੋ ਰੀਨਿਊ ਨਹੀਂ ਹੈਗਾ ਇਹਨਾਂ ਦਾ? ਉਹ ਸਾਰਾ ਕੁਝ ਅਸੀਂ ਕਬਜ਼ੇ ਦੇ ਵਿੱਚ ਲਿਆ ਹੈ। ਸਾਰਿਆਂ ਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ ਐਂਡ ਇਹ ਹਲੇ ਸ਼ੁਰੂਆਤ ਹੈ। ਅਸੀਂ ਅਖੀਰ ਤੱਕ ਜਾਵਾਂਗੇ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਸਪਲਾਈ ਕੀਤੀ ਹੈ, ਇਹਨਾਂ ਨੇ ਕਿੱਥੇ ਸਪਲਾਈ ਕਰਨੀ ਸੀਗੀਆਂ। ਲੇਕਿਨ ਕਿਉਂਕਿ ਇਹਨਾਂ ਨੇ ਛੋਟੇ ਦੁਕਾਨਾਂ ਨੂੰ ਦੇਣੀ ਸੀਗੀਆਂ, ਉਦੋਂ ਤੋਂ ਜਦੋਂ ਤੱਕ ਅਸੀਂ ਉਹਨਾਂ ਨੂੰ ਰੰਗੇ ਹੱਥ ਨਹੀਂ ਫੜਦੇ ਉਦੋਂ ਤੱਕ ਉਹਨਾਂ 'ਤੇ ਐਕਸ਼ਨ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਅਸੀਂ ਤਾਂ ਆਪਣੇ ਮੇਨ ਵੱਡੇ ਸਪਲਾਇਰਸ ਨੂੰ ਦੇਖ ਰਹੇ ਹਾਂ ਕਿ ਜਿਨ੍ਹਾਂ ਨੇ ਕਿ ਕਾਨੂੰਨ ਦੇ ਨਾਲ ਖਿਲਵਾੜ ਕੀਤਾ। ਸਰ, ਜਿਹੜਾ ਇੱਕ ਆਰੋਪੀ ਫਰਾਰ ਹੈ ਜੀ, ਉਹਨਾਂ ਨੂੰ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਵਾਂਗੇ। ਉਹਦਾ ਨਾਂ ਅਸੀਂ ਦਿੱਤਾ ਹੋਇਆ ਇਸ ਨੂੰ। 5 ਬੰਦੇ ਅਸੀਂ ਦੇਖੋ, ਇਹ ਹੈ ਕਿ ਜੋ ਤੁਸੀਂ ਕੰਮ ਕਰਨਾ ਹੈ ਬਿਲਕੁਲ ਸਵੱਛ ਤਰੀਕੇ ਨਾਲ ਕਰੋ, ਲੀਗਲੀ ਕਰੋ। ਜੋ ਦਵਾਈਆਂ ਜੇ ਕੋਈ ਦਵਾਈਆਂ ਇਹ ਦਵਾਈਆਂ ਕੁਝ ਬਿਮਾਰੀਆਂ ਦੇ ਕੰਮ ਵੀ ਆਉਂਦੀਆਂ, ਲੇਕਿਨ ਡਾਕਟਰਸ ਦੀ ਪ੍ਰੈਸਕ੍ਰਿਪਸ਼ਨ 'ਤੇ ਹੀ ਤੁਸੀਂ ਵੇਚ ਸਕਦੇ ਹੋ। ਇੱਕ ਲਿਮਿਟ ਇਹਨਾਂ ਦੀ ਰੱਖੀ ਹੋਈ ਹੈ ਗਵਰਨਮੈਂਟ ਨੇ ਕਿ ਤੁਸੀਂ ਇਹ ਜਿਹੜੇ ਸੀਰਪ ਹੈ ਇਹ 10 ਬੋਤਲਾਂ ਰੱਖ ਸਕਦੇ ਹੋ ਜਾਂ 20 ਬੋਤਲਾਂ ਰੱਖ ਸਕਦੇ ਹੋ। ਜੇ ਤੁਸੀਂ ਲੱਖਾਂ ਹੁਣ ਜਿੱਦਾਂ ਇਹ 10 ਲੱਖ ਗੋਲੀਆਂ ਇਹਨਾਂ ਦੇ ਗੋਡਾਊਨ ਤੋਂ ਬਰਾਮਦ ਹੋਈਆਂ, ਇਹਨਾਂ ਕੋਲ ਅਥਾਰਟੀ ਹੈ ਨਹੀਂ ਰੱਖਣ ਦੀ। ਇਸ ਕਰਕੇ ਜੋ ਤੁਸੀਂ ਆਪਣਾ ਲੀਗਲ ਵੇ ਦੇ ਵਿੱਚ ਕੰਮ ਕਰੋ, ਜੋ ਤੁਹਾਡੀ ਅਥਾਰਟੀ ਹੈ, ਜੋ ਡਿਪਾਰਟਮੈਂਟ ਤੋਂ ਤੁਸੀਂ ਲਾਇਸੈਂਸ ਲਿਆ ਹੋਇਆ ਹੈ, ਹਰ ਇੱਕ ਲਾਇਸੈਂਸ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਮੈਂ ਇਸ ਤਰੀਕੇ ਦੀ ਕਿੰਨੀ ਦਵਾਈਆਂ ਰੱਖ ਸਕਦਾ, ਉਨੀ ਕੀ ਰੱਖੋ ਐਂਡ ਆਪਣੇ ਪ੍ਰੈਸਕ੍ਰਿਪਸ਼ਨ 'ਤੇ ਹੀ ਦਵਾਈਆਂ ਵੇਚੋ ਤਾਂ ਕਿ ਤੁਹਾਨੂੰ ਕੋਈ ਲੀਗਲੀ ਪ੍ਰੋਬਲਮਸ ਦਾ ਸਾਹਮਣਾ ਨਾ ਕਰਨਾ ਪਏ। ਲੁਧਿਆਣਾ ਤੋਂ ਨਰਿੰਦਰ ਮਹਿੰਦਰੂ, ਜਗਬਾਣੀ ਟੀਵੀ।